वीडियो वायरल हो रही है प्लस टैक्सेशन ਦੇ ਵਿੱਚ जीएसटी ਦੇ ਵਿੱਚ ਕਹਿ ਰਹੇ ਕਿ ਬੜੀ ਸਾਰੀ ਅਮੈਂਡਮੈਂਟਸ ਹੋ ਰਹੀਆਂ ਔਰ ਉਹਦਾ ਟੈਕਸ ਪੇਅਰਸ ਤੇ ਬੜਾ ਇੰਪੈਕਟ ਪੈ ਰਿਹਾ ਖਤਰਨਾਕ। ਇਹ ਕੀ ਹੈ? ਇੱਕ ਮਹੀਨੇ 'ਚ 160 ਬੰਦੇ ਅਰੈਸਟ ਕਰ ਲਏ ਜੀ। 14,000 ਕਰੋੜ ਰੁਪਏ ਦੀ ਅਸੀਂ ਬੋਗਸ ਬਿਲਿੰਗ ਪਕੜ ਲਈ ਜੀ। ਤੁਸੀਂ ਦੱਸੋ ਵੀ ਬੋਗਸ ਬਿਲਿੰਗ ਤਾਂ ਪਕੜ ਲਈ, ਰਿਕਵਰੀ ਕਿੰਨੀ ਹੈ? ਜ਼ੀਰੋ। ਕਿਸੇ ਨਾਲ ਵੀ ਡੀਲਿੰਗ ਕਰਨ ਤੋਂ ਪਹਿਲਾਂ ਇਹ ਦੇਖੇਗਾ ਕਿ ਤੂੰ ਭਾਈ ਕੁਆਟਰਲੀ ਬਿਲਿੰਗ ਦਿੱਤਾ ਨਹੀਂ ਹੈ, ਜੇ ਕੁਆਟਰਲੀ ਚ ਤਾਂ ਅਸੀਂ ਨਹੀਂ ਲੈਣਾ ਤੇਰੇ ਤੋਂ ਮਾਰ। ਤਾਂ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਮੀਟਰ ਡਿਪਾਰਟਮੈਂਟ ਦੇ ਘਰ ਲੱਗਿਆ, ਤੁਸੀਂ ਸੂਨਰ ਔਰ ਲੇਟਰ ਪਕੜ ਹੀ ਜਾਣਾ। ਇਹ ਜੇ ਇੰਨੇ ਚੈੱਕ ਪੁਆਇੰਟ ਫਿਰ ਚੋਰੀ ਕਿੱਦਾਂ? ਅਸੀਂ ਤਾਂ ਪੰਜਾਬ 'ਚ ਬੈਠੇ ਆ, ਐਡਾ ਵੱਡਾ ਕੋਈ ਬਿਜ਼ਨਸ ਨਹੀਂ। ਜਿਹੜਾ ਰਹਿੰਦਾ ਕਹਿੰਦਾ ਉਹ ਸਟ੍ਰਾਈਕਾਂ ਕਰਕੇ ਤੁਹਾਨੂੰ ਪਤਾ ਵੈਸੇ ਵੀ। जन हितैषी देख रहे दर्शकों का स्वागत है जन जन की बात जन हितैषी के साथ। दोस्तों जीएसटी कानून ਜਿਹੜਾ ਕਿ ਹਾਂ ਜੀ ਕੰਟਰੀ ਦੇ ਵਿੱਚ ਇੱਕ जीएसटी ਕਾਨੂੰਨ ਲੱਗਿਆ 2017 ਦੇ ਵਿੱਚ ਵਨ ਨੇਸ਼ਨ ਵਨ ਟੈਕਸ ਪਾਲਿਸੀ ਦੇ ਲਈ ਇਹ ਟੈਕਸ ਲਗਾਇਆ ਗਿਆ ਤੇ ਉਦੋਂ ਇਹ ਗੱਲਾਂ ਕੀਤੀਆਂ ਗਈਆਂ ਕਿ ਇਸ ਟੈਕਸ ਤੋਂ ਬਾਅਦ ਬਾਕੀ ਸਾਰੇ ਟੈਕਸਸ ਜਿੱਥੇ ਹੈ ਡਿਮੋਲਿਸ਼ ਹੋ ਜਾਣਗੇ, ਇਹਦੇ ਵਿੱਚ ਇਨਕਲੂਡ ਹੋ ਜਾਣਗੇ ਤੇ ਸਰਲ ਇੱਕ ਟੈਕਸੇਸ਼ਨ ਪ੍ਰਣਾਲੀ ਹੋ ਜਾਏਗੀ ਤਾਂ ਕਿ ਟੈਕਸ ਦਾਤਾ ਜਿਹੜੇ ਕਰਦਾਤਾ ਵਧਣ ਕੰਟਰੀ ਦੇ ਵਿੱਚ। ਪਰ टाइम के नाल इस टैक्स के विच बहुत सारी अमेंडमेंट्स होंदियां गईयां। हुण लेटेस्ट एक बड़ा ही ये मुद्दा वायरल हो गया कि करंटली कोविड के दौरान जीएसटी दे विच बहुत सारे चेंजेस आ गए, नवे नवे रूल्स अमेंडमेंट किए गए हैं जिहदा कि आम टैक्सेशन जिहड़ा एक करदाता ते बड़ा बुरा इंपैक्ट पैण वाला है। इहदे विच 86A 86B ਤੇ 36(4) ਇੱਕ ਇਦਾਂ ਦਾ ਇੱਕ ਟੈਕਸੇਸ਼ਨ ਆਈ ਹੈ, ਰੂਲਸ ਆਏ ਨਵੇਂ ਰੂਲਸ ਅਮੈਂਡ ਕੀਤੇ ਕਿ ਜਿਹਦੇ ਨਾਲ ਇਹ ਕਿਹਾ ਜਾ ਰਿਹਾ ਬਾਜ਼ਾਰ ਦੇ ਵਿੱਚ ਔਰ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਬੜੇ ਇੱਕ ਸੀਏ ਹੈਗੇ ਆ ਅਭਿਸ਼ੇਕ ਰਘੂਰਾਮ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ। ਉਹਦੇ ਵਿੱਚ ਉਹਨਾਂ ਨੇ ਪ੍ਰੋਫੈਸ਼ਨਲਸ ਤੇ ਉਂਗਲ ਚੱਕਦੇ ਹੋਏ ਕਿਹਾ ਗਿਆ ਕਿ ਇਹ ਜੇ ਰੂਲਸ ਦੇ ਨਾਲ ਜਿਹੜਾ ਟੈਕਸੇਸ਼ਨ ਜਿਹੜਾ ਕਿ जीएसटी ਪਹਿਲਾਂ ਲਾਗੂ ਕੀਤਾ ਗਿਆ ਸੀ ਉਹਦਾ ਬੇਸ ਹੀ ਖਤਮ ਹੋ ਗਿਆ ਹੈਗਾ। ਇਹ ਸਾਰੇ ਮਾਮਲਿਆਂ 'ਚ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਨੌਲੇਜ ਨਹੀਂ ਹੈਗੀ ਤੇ ਅਸੀਂ ਟੈਕਸ ਐਕਸਪਰਟਸ ਦੀ ਰਾਏ ਲੈਣ ਪਹੁੰਚੇ ਹਾਂ ਕਿਉਂਕਿ ਲੋਕਾਂ 'ਚ ਬਹੁਤ ਸਾਰੀ ਇਨਸਿਕਿਉਰਿਟੀ ਪੈਦਾ ਹੋ ਗਈ ਹੈ ਉਸ ਵੀਡੀਓ ਦੇ ਵਾਇਰਲ ਹੋਣ ਨਾਲ। ਤੇ ਅੱਜ ਅਸੀਂ ਪਹੁੰਚੇ ਹਾਂ, ਤੁਹਾਡੀ ਗੱਲਬਾਤ ਕਰਾਵਾਂਗੇ ਸੀਏ ਜਿਹੜੇ ਹੈਗੇ ਵਿਸ਼ਾਲ ਗਰਗ ਜੀ ਨਾਲ, ਜਿਹੜੇ ਕਿ ਲੁਧਿਆਣਾ ਤੋਂ जीएसटी ਦੇ ਵਿੱਚ ਬਹੁਤ ਹੀ ਜ਼ਿਆਦਾ ਇਹਨਾਂ ਦੀ ਐਕਸਪਰਟਾਈਜ਼ ਮੰਨੀ ਜਾਂਦੀ ਹੈ ਤੇ ਗੱਲਬਾਤ ਕਰਦੇ ਹਾਂ ਵਿਸ਼ਾਲ ਗਰਗ ਜੀ ਨਾਲ। ਸਰ ਨਮਸਕਾਰ। ਸਰ ਨਮਸਕਾਰ ਜੀ। ਸਰ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪਲਸ ਟੈਕਸੇਸ਼ਨ ਦੇ ਵਿੱਚ जीएसटी ਦੇ ਵਿੱਚ ਕਹਿ ਰਹੇ ਕਿ ਬੜੀ ਸਾਰੀ ਅਮੈਂਡਮੈਂਟਸ ਹੋ ਰਹੀਆਂ ਔਰ ਉਹਦਾ ਟੈਕਸ ਪੇਅਰਸ ਤੇ ਬੜਾ ਇੰਪੈਕਟ ਪੈ ਰਿਹਾ ਖਤਰਨਾਕ। ਇਹ ਕੀ ਹੈ? ਦੇਖੋ ਸੰਦੀਪ ਜੀ, ਤੁਸੀਂ ਗੱਲ ਕੀਤੀ ਕਿ जीएसटी 1717 ਨੂੰ ਕੰਟਰੀ 'ਚ ਇੰਟਰੋਡਿਊਸ ਹੋਇਆ ਜੀ। ਉਹ ਕੁਝ ਐਸ ਮਨਸ਼ਾ ਨਾਲ ਆਪਾਂ ਇੰਟਰੋਡਿਊਸ ਕੀਤਾ ਗਿਆ ਕੰਟਰੀ 'ਚ ਕਿ ਉਸ ਤੋਂ ਬਾਅਦ ਕੰਟਰੀ 'ਚ ਇੱਕ ਟੈਕਸ ਹੋਏਗਾ, ਸਾਰਾ ਸਿਸਟਮ ਆਨਲਾਈਨ ਸਿਸਟਮ ਦੇ ਥਰੂ ਚੱਲੇਗਾ ਔਰ ਅਸੈਸੀ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਹੋਏਗੀ। ਬਟ ਅਸੀਂ ਦੇਖਦੇ ਹਾਂ ਸਾਨੂੰ ਵੀ ਕੁਝ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਜਦੋਂ ਇਹ ਟੈਕਸ ਆਇਆ ਵੀ ਸਾਲ 'ਚ ਇੱਕ ਵਾਰੀ ਅਮੈਂਡਮੈਂਟਾਂ ਹੋਇਆ ਕਰਨਗੀਆਂ। ਉਦੋਂ ਬਾਅਦ ਜਿਵੇਂ ਬਜਟ ਆਇਆ, ਬਜਟ ਦੇ ਨਾਲ ਹੀ ਅਮੈਂਡਮੈਂਟਾਂ ਆਈਆਂ। ਉਹ ਅਮੈਂਡਮੈਂਟਾਂ ਅਸੀਂ ਪੜ੍ਹਾਂਗੇ, ਐਨਾਲਾਈਜ਼ ਕਰਾਂਗੇ, ਬਿਜ਼ਨਸ ਕਮਿਊਨਿਟੀ ਨੂੰ ਸਮਝਾਵਾਂਗੇ ਤੇ ਅਸੀਂ ਵਪਾਰੀਆਂ ਨੂੰ ਦੱਸਾਂਗੇ ਕਿ ਇਸ ਤਰ੍ਹਾਂ ਆਪਣਾ ਬਿਜ਼ਨਸ ਕਰੋ, ਇਸ ਤਰ੍ਹਾਂ ਇਹ ਤੁਹਾਡੇ ਤੇ ਰੂਲਸ ਰੈਗੂਲੇਸ਼ਨਸ ਲਾਗੂ ਹੋ ਰਹੇ। ਬਟ जीएसटी ਜਦੋਂ ਦਾ ਆਇਆ ਉਦੋਂ ਦੀਆਂ ਮੇਰੇ ਕੋਲ ਸਾਲ 'ਚ ਹਰ ਸਾਲ 100 ਅਮੈਂਡਮੈਂਟਸ ਹੁੰਦੀਆਂ। ਸਾਨੂੰ ਸਵੇਰੇ ਉੱਠਦੇ ਆ ਅਖਬਾਰ 'ਚ ਪਤਾ ਲੱਗਦਾ ਜੀ 86A ਲਾਗੂ ਕਰ ਦਿੱਤਾ ਰੂਲ, 86B ਲਾਗੂ ਕਰ ਦਿੱਤਾ। ਕੋਈ ਟਾਈਮ ਡਿਊਰੇਸ਼ਨ ਨਹੀਂ, ਕੋਈ ਮਿਡ ਆਫ ਦਾ ਮੰਥ, ਮਿਡ ਆਫ ਦਾ ਈਅਰ, ਜਦੋਂ ਦਿਲ ਕਰਦਾ ਉਦੋਂ ਅਮੈਂਡਮੈਂਟਸ ਆਉਂਦੀਆਂ। ਕਿਉਂਕਿ ਸਾਨੂੰ ਸ਼ੁਰੂ 'ਚ ਪੜ੍ਹਾਇਆ ਗਿਆ ਸੀਗਾ ਕਿ जीएसटी ਆਉਣ ਨਾਲ ਜਿਵੇਂ ਇਨਕਮ ਟੈਕਸ ਅਮੈਂਡਮੈਂਟਾਂ ਸਿਰਫ ਸਾਲ ਦੇ ਸ਼ੁਰੂ 'ਚ ਹੀ ਆਉਂਦੀਆਂ ਉਵੇਂ ਹੀ ਆਇਆ ਕਰਨਗੀਆਂ। ਬਟ ਆਈ ਥਿੰਕ जीएसटी ਦਾ ਜੋ ਮੰਤਵ ਸੀਗਾ ਉਹ ਤਾਂ ਹੌਲੀ ਹੌਲੀ ਸਾਰਾ ਹੀ ਚੇਂਜ ਹੁੰਦਾ ਜਾ ਰਿਹਾ ਹੈ। ਤੁਸੀਂ ਗੱਲ ਕੀਤੀ, ਸਾਡੇ ਇੱਕ ਪ੍ਰੋਫੈਸ਼ਨਲ ਬ੍ਰਦਰ ਨੇ ਇਹਦੇ ਤੇ ਪੁਆਇੰਟ ਆਊਟ ਚੱਕੇ। ਉਹ ਕਿਤੇ ਜਗ੍ਹਾ ਆਪਣੀ ਜਗ੍ਹਾ ਤੇ ਉਹ ਵੀ ਸਹੀ ਨੇ ਵੀ 86B ਆ ਗਿਆ ਜਾਂ 36(4) ਰੂਲਸ ਆ ਗਏ ਔਰ 36(4) ਚ ਅਮੈਂਡਮੈਂਟ ਕਰਤੀ। ਪਹਿਲਾਂ 20% ਕ੍ਰੈਡਿਟ ਅਲਾਉਡ ਸੀ। ਪਰ ਜੇ ਮੈਂ ਤੁਹਾਨੂੰ ਸਹੀ ਮਾਇਨੇ 'ਚ ਦੱਸਾਂ ਤਾਂ ਇਹਨਾਂ ਰੂਲਸ ਦੀ ਨਾ ਤਾਂ ਕਿਤੇ ਐਕਟ 'ਚ ਜਗ੍ਹਾ ਸੀਗੀ, ਨਾ ਇਹਨਾਂ ਦੀ ਲੋੜ ਸੀਗੀ। ਇਹਨਾਂ ਦੀ ਲੋੜ ਵੀ ਨਹੀਂ ਸੀ। ਜੇ ਮੈਂ ਤੁਹਾਨੂੰ ਸਹੀ ਮਾਇਨੇ 'ਚ ਕਹਾਂ, ਜੇ ਇਹ ਪੂਰਾ जीएसटी ਜੋ ਸਾਨੂੰ ਪਹਿਲੇ ਦਿਨ ਦਿਖਾਇਆ ਗਿਆ ਜੇ ਉਹ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਤਾਂ ਅੱਜ ਦੀ ਡੇਟ 'ਚ ਹਾਲਤ ਇਹ ਹੈ ਕਿ 86% ਤੋਂ ਵੱਧ ਕਦੇ ਵੀ ਅਸੈਸੀਜ਼ ਨੇ ਰਿਟਰਨਾਂ ਨਹੀਂ ਫਾਈਲ ਕੀਤੀਆਂ। ਮੈਂ ਹੁਣੇ ਤੁਹਾਡੇ ਨਾਲ ਗੱਲ ਕਰਦੇ ਡਾਟਾ ਚੈੱਕ ਕਰ ਰਿਹਾ ਸੀਗਾ ਜੀ। ਤੁਹਾਨੂੰ ਮੈਂ ਸ਼ੁਰੂਆਤ ਇੱਥੋਂ ਕਰਦਾ। ਮੈਂ जीएसटी ਕੌਂਸਲ ਦੀ ਵੈਬਸਾਈਟ ਤੇ ਗਿਆ
ਮੈਂ ਉੱਥੋਂ ਡਾਟਾ ਲਿੱਤਾ, ਰਿਟਰਨ ਫਾਈਲਿੰਗ ਸਮਰੀ ਤੁਹਾਨੂੰ ਦਿਖਾ ਰਹੇ ਹਾਂ। 19-20 ਦਾ ਡਾਟਾ ਹੈ ਐਜ਼ ਔਨ 16/7/2020 ਜੀ, ਐਸ ਪਰ GSTN। ਮੰਥ ਵਾਈਜ਼ ਇਹਨਾਂ ਨੇ ਦਿੱਤਾ ਅਪ੍ਰੈਲ 19 ਚ। ਇਹ ਕਹਿੰਦੇ ਐਲੀਜੀਬਿਲਟੀ ਹੈਗੀ 57,58,000 ਅਸੈਸੀਆਂ ਦੀ ਰਿਟਰਨ ਭਰਨ ਦੀ ਜੀ। R1 ਦੀ ਗੱਲ ਕਰਦਾ, ਭਰਦੇ ਪਏ 33,41,000 ਅਸੈਸੀ, ਸਿਰਫ 58% ਅਸੈਸੀ। 3B 1,02,33,000 ਅਸੈਸੀ ਨੇ ਭਰਨੀ ਹੈ, 87,92,000 ਨੇ ਸਿਰਫ 85.92% ਅਸੈਸੀ ਨੇ ਰਿਟਰਨਾਂ ਭਰੀਆਂ। ਇਸ ਤਰ੍ਹਾਂ ਜੇ ਮੈਂ ਪੂਰੇ ਸਾਲ ਦਾ ਡਾਟਾ ਐਨਾਲਿਸਿਸ ਕਰਾਂ, 3B ਦੀ ਰੇਸ਼ੋ ਕਿਸੇ ਸਾਲ ਵੀ ਕਿਸੇ ਮੰਥ ਵੀ 86.92 ਨਹੀਂ 88.18 ਮੀਨਸ 12% ਅਸੈਸੀ ਤਾਂ 3B ਰਿਟਰਨਾਂ ਹੀ ਨਹੀਂ ਭਰ ਰਹੇ। ਔਰ ਅਗਰ ਮੈਂ R1 ਦੀ ਗੱਲ ਕਰਾਂ ਤਾਂ R1 ਦੀ ਵੀ ਰੇਸ਼ੋ ਕਿਸੇ ਵੀ ਮੰਥ 82% ਤੋਂ ਉੱਤੇ ਨਹੀਂ ਹੈਗੀ। ਇਟ ਮੀਨ 18% ਅਸੈਸੀ ਨੇ R1 ਹੀ ਨਹੀਂ ਭਰੀਆਂ। ਜੇ ਮੈਂ ਐਵਰੇਜ ਦੇਖਾਂ, ਠੀਕ ਹੈ, ਕਈਆਂ ਦੀ ਮੰਥਲੀ ਹੈ, ਕਈਆਂ ਦੀ ਕੁਆਟਰਲੀ ਹੈ। ਇਹਦੀ ਸਾਰੇ ਕਾਰਨਾਂ ਦੇ ਪਿੱਛੇ ਕੀ ਹੈ ਕਿ ਇੰਨੇ 12% ਅਸੈਸੀ 18% ਅਸੈਸੀ ਰਿਟਰਨਾਂ ਨਹੀਂ ਭਰ ਰਹੇ। ਇਹ ਹੀ ਇੱਕ ਮੂਲ ਕਾਰਨ ਹੈਗਾ ਸਾਰੀਆਂ ਅਮੈਂਡਮੈਂਟਾਂ ਦਾ। ਅੱਛਾ, ਲੋਕ ਜਾਂ ਤਾਂ ਉਹ ਭਰਨਾ ਨਹੀਂ ਚਾਹੁੰਦੇ ਜਾਂ ਉਹ ਭਰ ਨਹੀਂ ਪਾ ਰਹੇ। ਇਸ ਤੱਥ ਤਾਂ ਫਾਊਂਡ ਆਊਟ ਹੋ ਨਹੀਂ ਪਾ ਰਿਹਾ। ਜਦਕਿ ਹੋ ਕੀ ਰਿਹਾ, ਜਿਹੜਾ ਤਾਂ ਕੰਪਲਾਇੰਸ ਕਰਦਾ ਪਿਆ ਉਹਨੂੰ ਤਾਂ ਕਹਿੰਦੇ ਵੀ ਤੂੰ 10 ਕੰਪਲਾਇੰਸ ਕੀਤੇ, ਤੂੰ 10 ਹੋਰ ਕਰ। ਜੇ ਤੂੰ 20 ਕਰ ਲਏ ਤਾਂ ਤੂੰ 10 ਹੋਰ ਕਰ। ਤੇ ਜਿਹੜਾ ਨਹੀਂ ਕਰ ਰਿਹਾ ਉਹਦੀ ਮੌਜ ਲੱਗੀ ਹੋਈ। ਤੁਸੀਂ ਪਿਛਲੇ ਦੇਖੋ 1 ਮਹੀਨੇ 'ਚ ਡਾਟਾ, ਉਹ ਵੀ GSTN ਜਾਂ ਵੇਰੀਅਸ ਡਿਪਾਰਟਮੈਂਟ ਦੇ ਪੋਰਟਲਸ ਤੇ PIB ਵਗੈਰਾ ਤੇ ਪਬਲਿਸ਼ ਹੋਇਆ ਵੀ 1 ਮਹੀਨੇ 'ਚ 160 ਬੰਦੇ ਅਰੈਸਟ ਕਰ ਲਏ ਜੀ, 14,000 ਕਰੋੜ ਰੁਪਏ ਦੀ ਅਸੀਂ ਬੋਗਸ ਬਿਲਿੰਗ ਪਕੜ ਲਈ। ਤੁਸੀਂ ਦੱਸੋ, ਉਹਦੀ ਬੋਗਸ ਬਿਲਿੰਗ ਤਾਂ ਪਕੜ ਲਈ, ਰਿਕਵਰੀ ਕਿੰਨੀ ਹੈ? 0 ਰਿਕਵਰੀ ਕੋਈ ਨਹੀਂ। 14,000 ਕਰੋੜ ਦੇ ਉੱਤੇ ਜਿਹੜਾ ਟੈਕਸ ਇੰਪੈਕਟ ਹੈ, ਜਿਹੜੇ ਟੈਕਸ ਦੀ ਚੋਰੀ ਹੋਈ, ਕੀ ਗਵਰਨਮੈਂਟ ਉਹਨੂੰ ਰਿਕਵਰ ਕਰ ਪਾਈ? ਕੀ ਆਫੀਸਰ ਉਹਨੂੰ ਰਿਕਵਰ ਕਰ ਪਾਏ? ਇਸ ਗੱਲ ਦੇ ਤਾਂ ਉੱਤੇ ਇਹਨਾਂ ਦਾ ਅੱਜ ਤੱਕ ਕੋਈ ਵੀ ਬਿਆਨ ਨਹੀਂ ਆਇਆ ਕਿਸੇ ਸੋ ਬੇਸਿਕਲੀ ਇਹ ਕੀ ਕਰ ਰਿਹਾ ਕਿ ਚੋਰੀ ਦਿਖਾ ਕੇ ਕਾਗਜ਼ਾਂ 'ਚ ਕੀ ਫੜ ਲਈ ਤੇ ਪਿੱਠ ਥਪਥਪਾ ਰਹੇ, ਆਪਣੇ ਕ੍ਰੈਡੈਂਸ਼ੀਅਲ ਆਪਣੀ ਉਹ ਵਧੀਆ ਬਣਾ ਰਹੇ ਆ ਇਮੇਜ ਡਿਪਾਰਟਮੈਂਟ ਅੱਗੇ, ਪਰ ਐਂਡ ਆਫ ਦਾ ਡੇ ਗਰਾਊਂਡ ਲੈਵਲ 0 ਹੈ। ਇਸ ਤਰ੍ਹਾਂ ਨਹੀਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਜੇ ਤਾਂ ਫਿਰ ਪਕੜਨਗੇ ਕਿਵੇਂ। ਹੁਣ ਇਹ ਰੂਲਸ ਜਿਹੜੇ ਵੀ ਆਏ, ਮੈਂ ਜੇ 86B ਦੀ ਗੱਲ ਕਰਦਾ ਜਾਂ ਮੈਂ 36(4) ਦੀ ਗੱਲ ਕਰਦਾ, ਪਹਿਲਾਂ ਤਾਂ ਇਹ ਦੱਸੋ ਕਿ ਇਹਨਾਂ ਦਾ ਇੰਪੈਕਟ ਕੀ ਹੈ। ਇੱਕ ਆਮ ਟੈਕਸ ਪੇਅਰ ਨੂੰ ਬੜਾ ਰੀਅਲ ਟੈਕਸ ਪੇਅਰ ਜਿਹੜਾ ਬੰਦਾ ਰੀਅਲ ਮਾਇਨੇ 'ਚ ਬਿਜ਼ਨਸ ਕਰਦਾ, ਮੇਰੇ ਹਿਸਾਬ ਨਾਲ ਉਹਨੂੰ ਇਹਦਾ ਕੋਈ ਵੀ ਇੰਪੈਕਟ ਨਹੀਂ। ਉਹਨੂੰ ਇੰਪੈਕਟ ਸਿਰਫ ਇੱਕ 36(4) ਦਾ ਇੰਪੈਕਟ ਜ਼ਰੂਰ ਹੈ ਕਿ ਮੈਂ ਪੁਰਾਣੇ ਬੰਦੇ ਜਿਹੜੇ ਜਿਨ੍ਹਾਂ ਦੀ ਰਿਟਰਨਾਂ ਹੀ ਕੁਆਟਰਲੀ ਹੈ, ਜੇ ਉਹਨਾਂ ਨੇ ਕੁਆਟਰਲੀ ਰਿਟਰਨਾਂ ਭਰਨੀਆਂ ਹੈ ਔਰ ਉਹਨਾਂ ਦਾ ਟੈਕਸ ਮੇਰੇ 2B 2A 'ਚ ਬੋਲੂਗਾ ਹੀ ਕੁਆਟਰ ਤੋਂ ਬਾਅਦ, ਤਾਂ ਮੈਂ ਉਹਦਾ ਕ੍ਰੈਡਿਟ ਕਿਵੇਂ ਲੈ ਸਕਦਾ? ਉਹਦੇ ਨਾਲ ਕਹੀ ਜਾ ਰਿਹਾ ਕਿ ਉਹਨਾਂ ਦਾ ਇਨਪੁਟ, ਉਹਦਾ ਕਰਕੇ ਮੈਨੂੰ ਇਨਪੁਟ ਮੰਨ ਲਓ ਮੈਂ ਅਪ੍ਰੈਲ ਦੀ ਰਿਟਰਨ ਭਰਦਾ, ਮਈ ਦੀ ਭਰਦਾ, ਜੂਨ ਦੀ ਭਰਦਾ, ਮੈਨੂੰ ਤਾਂ ਮੇਰੇ ਕ੍ਰੈਡਿਟ 'ਚ ਬੋਲ ਹੀ ਨਹੀਂ ਰਿਹਾ। ਉਸ ਬੰਦੇ ਨੇ ਜਿਹਦੇ ਤੋਂ ਮੈਂ ਮਾਲ ਖਰੀਦਿਆ ਉਹਦੀ ਕੁਆਟਰਲੀ ਰਿਟਰਨ ਹੈ, ਉਹਨੇ ਦਾ ਰਿਟਰਨ ਭਰਨੀ 30 ਜੁਲਾਈ ਨੂੰ। ਇਟ ਮੀਨਸ ਉਹ ਮੈਂ 30 ਜੁਲਾਈ ਨੂੰ ਆਊਗਾ ਤਾਂ ਮੈਂ ਉਹ ਕ੍ਰੈਡਿਟ ਅਗਸਤ 'ਚ ਹੀ ਲੈ ਸਕਦਾ। ਇਟ ਮੀਨਸ ਜੇ ਮੈਂ ਕਿਸੇ ਕੁਆਟਰਲੀ ਡੀਲਰ ਤੋਂ ਪਰਚੇਸ ਕਰਦਾ ਤਾਂ ਮੈਨੂੰ ਉਹ ਕ੍ਰੈਡਿਟ ਦਾ ਲਾਸ ਹੈ। ਉਹ ਮੈਨੂੰ ਹੁਣ ਗਵਰਨਮੈਂਟ ਨੇ ਸਿਰਫ 5% ਤੱਕ ਰਿਸਟ੍ਰਿਕਟ ਕਰਤਾ। ਪਹਿਲਾਂ ਇਹ ਜਦੋਂ ਪ੍ਰੋਵੀਜ਼ਨ ਆਈ 20% ਨਾਲ ਆਈ, ਫਿਰ 6 ਮਹੀਨੇ ਬਾਅਦ ਉਹਨੂੰ 10% ਕਰਤਾ, ਫਿਰ ਹੁਣ ਉਹਨੂੰ 5% ਕਰਤਾ। ਇਟ ਮੀਨਸ ਜੇ ਕੋਈ ਐਸੇ ਬਿੱਲ ਹੈ ਮੇਰੇ ਕੋਲ, ਜਿਹੜੇ ਮੇਰੇ ਕੋਲ ਇਨਵੋਇਸਿਸ ਤਾਂ ਹੈਗੇ ਪਰ ਮੇਰੇ 2A 2B 'ਚ ਨਹੀਂ ਬੋਲ ਰਹੇ, ਤਾਂ ਮੈਂ ਸਿਰਫ 2B ਦਾ 5% ਹੀ ਕ੍ਰੈਡਿਟ ਮੈਂ ਲੈ ਸਕਦਾ। ਇਟ ਮੀਨਸ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਹੜਾ ਬੜਾ ਇੱਕ ਕਾਰਪੋਰੇਟ ਘਰਾਨਾ ਹੈ ਜਾਂ ਇੱਕ ਹਰ ਬੰਦਾ ਪਹਿਲਾਂ ਵਪਾਰ ਕਰਨ ਤੋਂ ਪਹਿਲਾਂ, ਕਿਸੇ ਨਾਲ ਵੀ ਡੀਲਿੰਗ ਕਰਨ ਤੋਂ ਪਹਿਲਾਂ ਇਹ ਦੇਖੇਗਾ ਕਿ ਤੂੰ ਭਾਈ ਕੁਆਟਰਲੀ ਬਿਲਿੰਗ 'ਚ ਤਾਂ ਨਹੀਂ ਹੈ, ਜੇ ਕੁਆਟਰਲੀ 'ਚ ਤਾਂ ਅਸੀਂ ਨਹੀਂ ਲੈਣਾ ਤੇਰੇ ਤੋਂ ਮਾਲ। ਉਹ MSME ਜਿਹੜਾ ਕਿਉਂਕਿ 5 ਕਰੋੜ ਤੋਂ ਥੱਲੇ ਵਾਲਾ ਜਿਹੜਾ ਤੁਸੀਂ ਦੱਸ ਰਹੇ ਹੋ, ਮਤਲਬ ਉਸ ਤੋਂ ਥੱਲੇ ਵਾਲੇ ਲਈ ਵਪਾਰ ਕਰਨਾ ਮੁਸ਼ਕਿਲ ਹੋ ਜਾਏਗਾ। ਕਿਸੇ ਹੱਦ ਤੱਕ ਤੁਹਾਡੀ ਸੋਚਣੀ ਸਹੀ ਹੈ ਵੀ ਇਹਦੇ ਨਾਲ ਛੋਟੇ ਵਪਾਰੀ ਨੂੰ ਫਰਕ ਪੈ ਸਕਦਾ ਹੈ, ਬਟ ਜੇ ਮੈਂ ਤੁਹਾਨੂੰ ਸ਼ੁਰੂ 'ਚ ਦੱਸਾਂ ਜੋ GST ਦੀ ਆਤਮਾ ਸੀ ਉਹ ਸੀਗੀ ਕਿ ਹਰ ਅਸੈਸੀ ਨੇ 10 ਤਰੀਕ ਤੱਕ ਆਪਣੀ ਸੇਲ ਦੀ ਰਿਟਰਨ ਭਰਨੀ ਹੈ, 15 ਤੱਕ ਉਹਨੇ ਵੈਰੀਫਾਈ ਕਰਨਾ ਕਿ ਜਿਹੜੇ ਮੇਰੇ ਕੋਲੇ ਬਿੱਲ ਆਏ ਉਹ ਓਕੇ ਹੈ, 17 ਨੂੰ ਉਹਨੇ ਆਪਣੀ ਪਰਚੇਸ ਦੀ ਰਿਟਰਨ ਓਕੇ ਕਰ ਦੇਣੀ ਹੈ। ਜਦੋਂ ਇਹ ਦੋਨੋਂ ਰਿਟਰਨਾਂ ਓਕੇ ਹੋ ਜਾਣੀਆਂ ਤਾਂ 20 ਤੱਕ ਉਹਨੇ ਟੈਕਸ ਭਰਨਾ। ਉਹ ਸਾਰੇ ਅਸੈਸੀ ਕਾਮਨ ਸੀਗੇ, ਕੋਈ ਕੁਆਟਰਲੀ ਕੋਈ ਇਸ ਤਰ੍ਹਾਂ ਬਾਈਫਰਕੇਸ਼ਨ ਨਹੀਂ ਸੀ। ਉਹ ਇਹਦੀ GST ਦੀ ਆਤਮਾ ਸੀਗੀ, ਉਹ ਅੱਜ ਤੱਕ ਨਹੀਂ ਲਾਗੂ ਹੋਈ। GSTN ਨੇ ਇਹ ਚੀਜ਼ਾਂ ਸਾਨੂੰ ਦਿਖਾਈਆਂ ਹੀ ਕਿਉਂ ਜੇ ਉਹ ਲਾਗੂ ਹੀ ਨਹੀਂ ਕਰ ਸਕਦੇ ਸੀ। ਅੱਜ 3 ਸਾਲ ਬਾਅਦ ਵੀ GSTN ਇਹ ਸਿਸਟਮ ਨੂੰ ਲਾਗੂ ਨਹੀਂ ਕਰ ਪਾਈ। ਅਸੀਂ ਸਾਲ ਬਾਅਦ ਸਾਨੂੰ ਇੱਕ ਨਵੀਂ ਚੀਜ਼ ਆ ਜਾਂਦੀ ਹੈ ਵੀ ਇਹ ਲਾਗੂ ਹੋਏਗੀ
1 ਅਕਤੂਬਰ ਤੋਂ 1 ਅਕਤੂਬਰ ਨੂੰ ਆ ਕੇ ਉਹ ਪਤਾ ਲੱਗਦਾ ਡੇਟ ਹੋ ਗਈ ਜੀ 1 ਅਪ੍ਰੈਲ 1 ਅਪ੍ਰੈਲ ਤੋਂ ਆ ਕੇ ਪਤਾ ਲੱਗਦਾ ਜੀ ਇਹਨੂੰ ਤਾਂ ਅਸੀਂ ਸਕ੍ਰੈਪ ਕਰਤਾ, ਹੁਣ ਅਸੀਂ ਆ QRMB ਕੀ ਕੁਆਟਰਲੀ ਰਿਟਰਨ ਮੰਥਲੀ ਟੈਕਸ ਪੇਮੈਂਟ ਅਸੀਂ ਆ ਨਵੀਂ ਸਕੀਮ ਲੈ ਆਏ ਜੀ। ਸਾਨੂੰ ਤਾਂ ਇਹੀ ਨਹੀਂ ਪਤਾ 3 ਸਾਲਾਂ ਚੋਂ, ਚਾਹੇ ਮੈਂ ਚਾਹੇ ਮੇਰੇ ਬਾਕੀ GST ਪ੍ਰੋਫੈਸ਼ਨਲਸ ਨੇ, ਸਾਨੂੰ ਇਹੀ ਨਹੀਂ ਪਤਾ ਵੀ 3 ਮਹੀਨੇ ਬਾਅਦ ਕੀ ਹੋਣਾ, ਕਿਹੜੀਆਂ ਨਵੀਆਂ ਰਿਟਰਨਾਂ ਆਉਣੀਆਂ, ਕਿਹਨੂੰ ਕੀ ਸਲਾਹ ਦਈਏ। ਤਾਂ ਇਹ ਇੱਕ ਇੰਨਾ ਉਲਝਣ ਜਾਲ ਹੈ, ਇੰਨਾ ਵਧੀਆ GST ਸੌਫਟਵੇਅਰ ਬਣਾਇਆ ਗਿਆ, 10,000 ਪੈਰਾਮੀਟਰਸ ਲੱਗੇ ਆ ਇਹਦੇ 'ਚ ਚੋਰੀ ਪਕੜਨ ਦੇ। ਮੈਂ ਉਹਨਾਂ ਨੂੰ ਚੈੱਕ ਪੁਆਇੰਟਸ ਲੱਗੇ ਹੋਏ ਆ ਜੀ ਇਹਦੇ 'ਚ। ਮੈਂ ਉਹ ਸਾਰੇ ਜਿਹੜੇ ਵੀ ਭਰਾ, ਤੁਸੀਂ ਦੇਖੋ ਬੋਗਸ ਬਿਲਿੰਗ ਦਾ ਡਾਟਾ ਹੈ, ਡਿਪਾਰਟਮੈਂਟ ਕੋਲੇ ਸਾਰਾ ਡਾਟਾ ਹੈ। ਤੁਸੀਂ ਕੁਝ ਵੀ ਕਰਦੇ ਹੋ, ਤੁਹਾਡੀ ਰਿਕਾਰਡਿੰਗ ਤਾਂ ਡਿਪਾਰਟਮੈਂਟ ਦੇ ਪੋਰਟਲ ਤੇ ਹੋ ਰਹੀ ਹੈ। ਤੁਸੀਂ ਚੋਰੀ ਕਰਦੇ ਪਏ ਡਿਪਾਰਟਮੈਂਟ ਨੂੰ ਕੀ ਤੁਸੀਂ ਸੋਚਦੇ ਹੋ ਪਤਾ ਨਹੀਂ ਲੱਗ ਰਿਹਾ, ਤੁਸੀਂ 3B ਨਹੀਂ ਭਰਦੇ। ਤੇ ਮੈਂ ਤੁਹਾਨੂੰ ਡਾਟਾ ਚੈੱਕ ਕਰਤਾ, 86% ਨੇ R1 ਭਰੀ, ਪਰ ਜਿਹੜੀ 3B ਭਰੀ ਉਹ ਸਿਰਫ 72% ਨੇ ਭਰੀ, ਮੀਨਸ ਉਹਦੇ 'ਚ 12% ਦਾ ਗੈਪ ਹੈ। ਔਰ ਉੱਤੋਂ ਤੁਸੀਂ R1 'ਚ ਤਾਂ ਡਾਟਾ ਭਰਦੇ ਹੋ 100, ਮੰਨ ਲਓ 1 ਕਰੋੜ ਦਾ, ਪਰ 3B 'ਚ ਭਰਨ ਲੱਗੇ ਉਹਨੂੰ 80 ਲੱਖ ਦਿਖਾ ਦਿੰਦੇ ਹੋ। ਮਿਸਮੈਚ ਹੈ ਹਿਊਜ। ਤਾਂ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਮੀਟਰ ਡਿਪਾਰਟਮੈਂਟ ਦੇ ਘਰ ਲੱਗਿਆ, ਤੁਸੀਂ ਸੂਨਰ ਔਰ ਲੇਟਰ ਪਕੜ ਹੀ ਜਾਣਾ। ਤਾਂ ਲੋਕਾਂ ਨੂੰ ਵੀ ਇਹ ਥੋੜਾ ਸੋਚਣਾ ਚਾਹੀਦਾ ਇਹ ਚੀਜ਼ਾਂ ਨੂੰ ਕਰਨ ਲੱਗੇ, ਜਿੰਨੇ ਵੀ ਆ ਬੋਗਸ ਬਿਲਿੰਗ ਦਾ। ਪਰ ਦੇਖੋ ਤੁਸੀਂ ਕਹਿ ਰਹੇ ਹੋ ਕਿ ਪੈਰਾਮੀਟਰ ਇੰਨੇ ਚੈੱਕ ਲੱਗੇ ਹੈ, 10,000 ਪੈਰਾਮੀਟਰ ਹੈ, ਪਰ ਆਏ ਦਿਨ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ 'ਚ 1000, ਮਤਲਬ ਛੋਟੀ ਮੋਟੀ ਤਾਂ ਕੋਈ ਗੱਲ ਹੀ ਨਹੀਂ। ਸਾਨੂੰ ਤਾਂ ਆਪਣਾ ਕੱਦ ਛੋਟਾ ਲੱਗਣ ਲੱਗ ਪਿਆ, ਜਿੰਨੇ ਵੱਡੀ ਚੋਰੀਆਂ ਦੇ ਡਾਟੇ ਦੱਸ ਰਹੇ ਹੈ, ਇੰਨੇ 1000 ਕਰੋੜ ਦਾ ਹੋ ਗਿਆ, 363 ਕਰੋੜ ਦੀ ਇੱਕ ਬਿਲਿੰਗ ਕਰ ਗਿਆ, 7 ਫਰਮਾਂ ਬਣਾਈਆਂ ਜੀ ਉਹਨੇ 363 ਕਰੋੜ ਕਰਤਾ। ਉਹ ਕੈਪੀਟਲ ਬੈਂਕ ਦਾ ਨਾਮ ਆ ਗਿਆ, ਇੱਕ ਹੋਰ ਨਾਮ ਆ ਗਿਆ ਕਿ ਜੀ ਇੰਨੇ 14,000 ਕਰੋੜ ਦੀ ਇੱਕ ਬਠਿੰਡੇ ਦਾ ਆ ਗਿਆ। ਪਰ ਇਹ ਜੇ ਇੰਨੇ ਚੈੱਕ ਪੁਆਇੰਟ, ਫਿਰ ਚੋਰੀ ਕਿੱਦਾਂ? ਦੇਖੋ ਚੋਰੀ ਪਹਿਲਾਂ ਵੀ ਹੁੰਦੀ ਸੀ, ਤੇ ਹੁੰਦੀ ਸੀ ਤਾਂ ਉਹਦੇ ਤੇ ਨਾ ਸਰਕਾਰ ਤੋਂ ਲੋਕ ਪੈਸਾ ਨਹੀਂ ਵਾਪਸ ਆਉਂਦਾ ਸੀ। ਪਰ GST ਦੀ ਚੋਰੀ ਤੋਂ ਕੀ ਹੈ ਕਿ ਇਹ ਬੋਗਸ ਬਿਲਿੰਗ ਕਰਕੇ ਰਿਫੰਡ ਲੈ ਲੈਂਦੇ ਆ, ਜਾਂ ITC ਦੇ ਰੂਪ ਤੇ ਜਾਂ ਐਕਸਪੋਰਟ ਕਰਕੇ ਰਿਫੰਡ ਦੇ ਰੂਪ 'ਚ ਸਰਕਾਰ ਤੋਂ ਹੀ ਪੈਸਾ ਵਾਪਸ ਲੈ ਲੈਂਦੇ ਆ। ਇਹ ਸਾਰੀ ਲਿਖਾ ਪੜੀ ਰਿਕਾਰਡਡ ਹੈ ਜੀ। ਪੁਰਾਣੇ ਵੇਲੇ ਮੰਨ ਲਓ ਜੇ ਅੰਡਰ ਬਿਲਿੰਗ ਹੁੰਦੀ ਸੀ ਜਾਂ ਕੁਝ ਕਰਦੇ ਸੀ ਤਾਂ ਉਹਦੇ ਨਾਲ ਇੰਪੈਕਟ ਸਰਕਾਰ ਤੋਂ ਪੈਸੇ ਵਾਪਸ ਨਹੀਂ ਲਿੱਤੇ ਜਾਂਦੇ ਸੀ, ਨਾਲੇ ਦਾਇਰੇ ਬੜੇ ਛੋਟੇ ਸੀ। ਅਸੀਂ ਤਾਂ ਪੰਜਾਬ 'ਚ ਬੈਠੇ ਆ, ਐਡਾ ਵੱਡਾ ਕੋਈ ਬਿਜ਼ਨਸ ਨਹੀਂ, ਜਿਹੜਾ ਰਹਿੰਦਾ ਕਹਿੰਦਾ ਉਹ ਸਟ੍ਰਾਈਕਾਂ ਕਰਕੇ ਤੁਹਾਨੂੰ ਪਤਾ ਵੈਸੇ ਵੀ ਡਾਊਨ ਹੁੰਦਾ ਜਾ ਰਿਹਾ। ਸਾਨੂੰ ਤਾਂ ਇਹੀ ਟੈਨਸ਼ਨ ਹੈ ਵੱਡੀਆਂ ਕੰਪਨੀਆਂ ਨੇ ਜੇ ਪੰਜਾਬ 'ਚ ਆ ਕੇ ਬਿਜ਼ਨਸ ਨਹੀਂ ਕਰਨਾ ਤਾਂ ਪ੍ਰੋਫੈਸ਼ਨਲ ਬੰਦੇ ਦੀ ਬੁੱਕਤ ਕੀ ਰਹਿਣੀ ਹੈ ਇੱਥੇ। ਤਾਂ ਜਦੋਂ ਮੈਂ ਇਹ ਸਾਰੀਆਂ ਚੀਜ਼ਾਂ ਸੋਚਦਾ, ਅਸੀਂ ਕਦੇ ਵੀ ਪੰਜਾਬ 'ਚ ਨਹੀਂ ਸੁਣਿਆ ਵੀ 5,000 ਕਰੋੜ ਦਾ ਘੁਟਾਲਾ ਹੋ ਗਿਆ ਜੀ, 1000 ਕਰੋੜ ਦਾ ਹੋ ਗਿਆ ਜੀ, 300 ਕਰੋੜ ਦਾ ਹੋ ਗਿਆ। ਛੋਟੇ ਆਪਾਂ ਸੁਣਦੇ ਸੀਗੇ, ਪਰ ਹੁਣ GST ਆਉਣ ਤੋਂ ਬਾਅਦ ਤਾਂ 350 ਕਰੋੜ ਜੀ, 1000 ਕਰੋੜ ਜੀ, 800 ਕਰੋੜ ਜੀ, ਐਡੇ ਵੱਡੇ ਘੁਟਾਲੇ ਹੋ ਰਹੇ। ਔਰ ਇਹ ਘੁਟਾਲੇ ਵੀ ਡਿਪਾਰਟਮੈਂਟ ਕਿਤੇ ਹੱਦ ਤੱਕ ਸਹੀ ਹੈ। ਡਿਪਾਰਟਮੈਂਟ ਨੇ ਸਾਰਾ ਡਾਟਾ ਜਿਹੜਾ GST 'ਚ ਬਣਾਇਆ, ਜਿਹੜਾ ਇਹਨੂੰ ਇਹਦੇ 'ਚ ਪੈਰਾਮੀਟਰਸ ਚੈੱਕਸ ਲਗਾਏ, ਉਹਦੇ ਤੋਂ ਹੀ ਸਾਰੀਆਂ ਚੀਜ਼ਾਂ ਇਹਦੇ ਨੇ ਮਿੰਟਸ ਪਕੜੀਆਂ ਜਾਂਦੀਆਂ, ਘੰਟਿਆਂ ਦੀ ਵੀ ਨਹੀਂ ਗੱਲ। ਡਿਪਾਰਟਮੈਂਟ ਆਪਣਾ ਸਿਸਟਮ ਰਨ ਕਰਦਾ। ਡਿਪਾਰਟਮੈਂਟ ਦੀ ਤੁਸੀਂ ਜਿਹੜੀ ਮਰਜ਼ੀ ਰੇਂਜ, ਜਿਹੜੀ ਮਰਜ਼ੀ ਡਿਵੀਜ਼ਨ 'ਚ ਜਾ ਕੇ ਪਤਾ ਕਰ ਲਓ, ਤੁਹਾਨੂੰ ਇਹ ਰੀਅਲ ਟਾਈਮ 'ਚ ਪਤਾ ਲੱਗ ਜਾਊਗਾ ਵੀ ਕਿੰਨੇ ਬੰਦਿਆਂ ਨੇ ਰਿਟਰਨਾਂ ਭਰਤੀਆਂ, ਕਿੰਨਿਆਂ ਦੀਆਂ ਪੈਂਡਿੰਗ ਹੈ, ਕਿੰਨੀਆਂ ਰਜਿਸਟ੍ਰੇਸ਼ਨਸ ਜਿਨ੍ਹਾਂ ਨੇ ਲਿੱਤੀਆਂ ਉਹਨਾਂ ਨੇ ਕੀ ਕੀਤਾ। ਡਿਪਾਰਟਮੈਂਟ ਕੋਲੇ ਸਾਰਾ ਦਾ ਸਾਰਾ ਡਾਟਾ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਡਿਪਾਰਟਮੈਂਟ ਕੋਲ ਪ੍ਰੋਪਰ ਸਹੀ ਵਿਜ਼ਨ 'ਚ ਕੰਮ ਨਹੀਂ ਕਰ ਰਿਹਾ ਡਿਪਾਰਟਮੈਂਟ, ਜਾਂ ਕੀ ਜੇ ਸਾਡੇ ਜਿਹੜੇ ਟੈਕਸ ਪੇਅਰ ਹੈ ਉਹ ਜ਼ਿਆਦਾ ਬੋਗਸ ਬਿਲਿੰਗ ਵਾਲੇ ਉਹ ਜ਼ਿਆਦਾ ਚਲਾਕ ਹੋ ਗਏ? ਦੇਖੋ ਸਭ ਨੂੰ ਸੌਖਾ ਲੱਗ ਰਿਹਾ ਹੈ ਵੀ GST 'ਚ ਫਰਮ ਬਣਾਓ, ਬੋਗਸ ਬਿਲਿੰਗ ਕਰੋ ਤੇ ਆਪਣਾ ਪੈਸਾ ਇੱਧਰ ਉੱਧਰ ਪਾਰਕ ਕਰੋ। ਦੇਖੋ ਤਾਂ ਹੀ ਡਿਪਾਰਟਮੈਂਟ ਰਿਕਵਰੀ ਨਹੀਂ ਕਰ ਪਾ ਰਿਹਾ। ਡਿਪਾਰਟਮੈਂਟ ਨੂੰ ਇਹ ਜਿਹੜੇ ਪੈਰਾਮੀਟਰਸ ਪਹਿਲਾਂ ਨਾਲੋਂ ਹਾਰਸ਼ ਹੋ ਗਏ। ਦੇਖੋ ਜਿਹੜੀਆਂ ਨਵੀਆਂ ਅਮੈਂਡਮੈਂਟ ਹੈ, ਦੇਖੋ ਡਿਪਾਰਟਮੈਂਟ ਨੇ ਆਪਣੇ ਸਰਕੂਲਰ ਵੀ ਇਸ਼ੂ ਕੀਤੇ ਸਿਰਫ ਇਹੀ ਦੱਸਣ ਵਾਸਤੇ ਕਿ ਜਿਹੜੇ ਪੈਰਾਮੀਟਰਸ ਨੇ, ਜਿਹੜੇ ਇਹ ਚੀਜ਼ਾਂ ਅਸੀਂ ਲਾਗੂ ਕੀਤੀਆਂ, ਇਹ ਜ਼ਿਆਦਾ ਬੋਗਸ ਬਿਲਿੰਗ ਨੂੰ ਪਲੱਗ ਕਰਨ ਵਾਸਤੇ ਨਹੀਂ। ਇੱਕੋ ਆਇਆ ਰੂਲ, ਕਹਿੰਦੇ 50 ਲੱਖ ਦੀ ਬਿਲਿੰਗ ਜਿਹੜਾ ਕਰਦਾ ਮੰਥਲੀ ਉਹਨੂੰ 1% ਉਹ ਦੇਣਾ ਪਏਗਾ। ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਡਿਜੀਟਲ ਇੰਡੀਆ, ਦੂਸਰੇ ਪਾਸੇ ਕੈਸ਼ ਦੇਣਾ ਪਏਗਾ। ਮੈਨੂੰ ਆਹ ਚੀਜ਼ ਨਹੀਂ ਸਮਝ ਲੱਗੀ, ਆ ਕੀ ਹੈ ਜੀ? ਨਹੀਂ, ਐਕਚੁਅਲੀ ਕੈਸ਼ ਦੇਣਾ ਦਾ ਨਹੀਂ ਮਤਲਬ, ਦੇਣਾ ਤਾਂ ਅਸੀਂ ਬੈਂਕ 'ਚੋਂ ਹੀ ਹੈ। ਕੈਸ਼ ਪੇਮੈਂਟ ਤਾਂ GST 'ਚ ਹੁੰਦੀ ਨਹੀਂ ਜੀ, ਹੁੰਦੀ ਹੈ ਤਾਂ ਵੀ ਉਹ ਬੈਂਕ 'ਚ ਜਾ ਕੇ ਹੀ ਹੋਣੀ ਹੈ। ਉਹਦਾ ਮਤਲਬ ਇਹ ਨਹੀਂ ਵੀ ਕੈਸ਼ 'ਚ ਦੇਣਾ ਪਏਗਾ, ਵੀ ਕੈਸ਼ ਜਮ੍ਹਾਂ ਕਰਾਉਣਾ। ਇਹਦਾ ਰੀਅਲ ਮਤਲਬ ਇਹ ਹੈ ਕਿ ਜੇ ਮੇਰੀ ਮਹੀਨੇ 'ਚ 50 ਲੱਖ ਤੋਂ ਜ਼ਿਆਦਾ ਦੀ ਸੇਲ ਹੈ, ਸਾਲ ਦੀ 6 ਕਰੋੜ ਤੋਂ ਜ਼ਿਆਦਾ ਦੀ ਸੇਲ ਹੈ, ਤਾਂ ਮੈਂ ਜੇ ਜਿੰਨਾ ਵੀ ਉਸ ਮਹੀਨੇ 'ਚ ਟੈਕਸ ਦੇਣਾ ਉਹਦੇ 'ਚ ਮੈਂ 99% ਤਾਂ ITC 'ਚੋਂ ਦੇ ਸਕਦਾ। 1% ਮੈਨੂੰ ਬੈਂਕ ਦੇ ਥਰੂ PLA ਦੇ ਥਰੂ ਜਮ੍ਹਾਂ ਕਰਾਉਣਾ ਪਏਗਾ। ਮੀਨਸ 1% ਮੈਨੂੰ ਕੈਸ਼ 'ਚ ਦੇਣਾ ਪਏਗਾ, ਜਿਹਨੂੰ ਐਜ਼ ਏ ਲੇਮੈਨ ਦੀ ਲੈਂਗੁਏਜ ਕਹਿ ਸਕਦੇ ਹੋ ਵੀ ਮੈਂ ਜਿਹੜਾ ITC ਯੂਟੀਲਾਈਜੇਸ਼ਨ ਉਹ ਮੈਕਸਿਮਮ 99% ਹੀ ਕਰ ਸਕਦਾ।
ਤਾਂ ਉਹਨੂੰ ਕੈਸ਼ 'ਚ ਨਹੀਂ ਅਸੀਂ ਦੇਣਾ, ਅੱਛਾ। ਦੇਣਾ ਤਾਂ ਅਸੀਂ ਬੈਂਕ ਦੇ ਥਰੂ ਹੀ ਹੈ। ਪਰ 99% ਯੂਟਿਲਾਈਜੇਸ਼ਨ ਹੋ ਅਸੀਂ ਸਕਦੀ ਹੈ, ITC 1% ਆਪਣਾ ਸਾਨੂੰ ਜਿਹੜਾ ਹੋਲਡ ਸਾਡੀ ਪਰਚੇਜ਼ ਦਾ ਜਿਹੜਾ ITC ਸਾਡੇ ਕੋਲੇ ਆਇਆ ਹੈ, ਸਾਡੀ ਜੀ। ਕੈਪੀਟਲ ਗੁੱਡਸ ਦਾ ਜਿਹੜਾ ਕ੍ਰੈਡਿਟ ਆਇਆ ਹੈ, ਉਹਦਾ ਮੈਂ ਸਿਰਫ 99% ਹੀ ਯੂਟਿਲਾਈਜ਼ ਕਰ ਸਕਦਾ, 1% ਡਿਪਾਰਟਮੈਂਟ ਕੋਲ ਰਹੇਗਾ ਹਰ ਵੇਲੇ। 1% ਮੇਰੇ ਕੋਲ ਹੀ ਰਹੇਗਾ, ਡਿਪਾਰਟਮੈਂਟ ਦੇ ਪੋਰਟਲ ਤੇ ਮੇਰੇ ਕੋਲ ਬੋਲੇਗਾ ਰਿਸੀਵੇਬਲ ਹੈ, ਮੈਂ ਅਗਲੇ ਮਹੀਨੇ 'ਚ ਯੂਜ਼ ਕਰ ਸਕਦਾ। ਓਕੇ, ਐਸੀ ਕੋਈ ਗੱਲ ਨਹੀਂ, ਉਹ ਖਤਮ ਨਹੀਂ ਹੋਣ ਲੱਗਾ। ਦੇਖੋ ਜਿਹੜਾ ਰੀਅਲ ਬਿਜ਼ਨਸਮੈਨ ਹੈ, ਜਿਹਨੂੰ 1% ਵੀ ਪ੍ਰੋਫਿਟ ਹੈ ਬਿਜ਼ਨਸ 'ਚ ਮੰਥਲੀ, ਜਿਹੜਾ 1% ਪ੍ਰੋਫਿਟ ਤੇ ਵੀ ਮਾਲ ਵੇਚਦਾ, ਉਹਨੂੰ ਤਾਂ ਇਸ ਚੀਜ਼ ਦਾ ਕੋਈ ਇੰਪੈਕਟ ਨਹੀਂ। ਪਰ ਜਿਹੜੇ ਵੱਡੇ ਟਰੇਡਰ ਹੈ, ਜਿਹੜੇ ਸਿਰਫ ਮਤਲਬ ਵੋਲਿਊਮ ਬੇਸ ਕੰਮ ਕਰਦੇ ਆ, ਅੱਧੇ % ਮਾਰਜਨ ਤੇ 20 ਪੈਸੇ 25 ਪੈਸੇ ਮਾਰਜਨ ਤੇ ਹੀ ਸਟਾਕ ਖਰੀਦਦੇ ਆ, ਕਿਉਂਕਿ ਉਹਨਾਂ ਦੀ ਵੋਲਿਊਮ ਬਿਜ਼ਨਸ ਹੁੰਦਾ। ਅਗਲੇ ਨੇ 100 ਕਰੋੜ ਦਾ ਮਾਲ ਵੇਚਿਆ, ਉਹਨੇ 100 ਕਰੋੜ 2 ਲੱਖ ਵੀ ਮਿਲ ਗਿਆ, ਉਹਨੇ ਵੇਚ ਦੇਣਾ, ਕਿਉਂਕਿ ਰਨਿੰਗ ਆਈਟਮਸ ਹੁੰਦੀਆਂ, ਉਹਨਾਂ ਨੂੰ ਇਸ ਰੀਜ਼ਨ ਨਾਲ ਬਹੁਤ ਲਾਸ ਹੈ। ਤੇ ਇੱਕ ਜਿਹੜਾ ਕੁਆਟਰ ਵਾਲੇ 'ਚ ਤੁਸੀਂ ਕਹਿ ਰਹੇ ਹੋ, ਉਸ 'ਚ ਬੜਾ ਲਾਸ ਹੈ, ਉਸ 'ਚ ਪੇਮੈਂਟ ਬੜੀ ਲੱਗੀ। ਤੀਜਾ ਇੱਕ ਹੋਰ ਲਾਸ ਹੈ, ਮੈਂ ਨਵੀਂ ਇੰਡਸਟਰੀ ਲਗਾਈ, ਮੇਰੇ ਕੋਲੇ ਕੈਪੀਟਲ ਆ ਗਈ, ਮੈਂ ਜਦੋਂ ਕੈਪੀਟਲ ਆ ਗਈ ਮੇਰੇ ਕੋਲ ਉਹਦੇ ਤੇ ITC ਵੀ ਆ ਗਿਆ, ਮੈਂ ਉਹ ਯੂਟਿਲਾਈਜ਼ ਹੀ ਨਹੀਂ ਕਰ ਸਕਦਾ। ਮੈਨੂੰ ਨਵੀਂ ਇੰਡਸਟਰੀ ਲਗਾ ਕੇ 1.5 ਸਾਲ ਮੈਂ ਜਿਹੜੀ ਪਰਚੇਜ਼ ਮਸ਼ੀਨਰੀ ਦੇ ਉੱਤੇ ਜਾਂ ਬਾਕੀ ਐਸੈਟਸ ਦੇ ਉੱਤੇ ਮੈਂ ਜਿਹੜਾ ITC ਪੇ ਕੀਤਾ, ਮੈਂ ਯੂਟਿਲਾਈਜ਼ ਕਰ ਸਕਦਾ, ਪਰ ਮੈਨੂੰ ਉਹਦੇ ਤੇ ਵੀ ਬੈਨ ਲਾਤਾ। ਨਹੀਂ, ਫਿਰ ਜਦੋਂ ਇਹ ਪਾਲਿਸੀਜ਼ ਬਣਦੀਆਂ ਇਦਾਂ ਦੀਆਂ, ਤੇ ਤੁਸੀਂ ਲੋਕੀ ਜਿਵੇਂ ਉਹ ਵੀਡੀਓ ਵੀ ਵਾਇਰਲ ਹੋਈ ਕਿ ਹੁਣ ਜਿਹੜੇ ਟੈਕਸ ਪ੍ਰੋਫੈਸ਼ਨਲਸ ਹੈ, ਲੀਡਰਸ ਹੈ, ਉਹ ਆਪਣੇ ਪਰਸਨਲ ਬੈਨੀਫਿਟ ਲਈ ਸ਼ਾਇਦ ਉਸ 'ਚ ਆਵਾਜ਼ ਹੀ ਨਹੀਂ ਚੱਕਦੇ ਪਏ ਸਰਕਾਰਾਂ ਨੂੰ, ਉਹਨਾਂ ਨੂੰ ਕੋਈ ਬੋਰਡ ਦੀ ਮੈਂਬਰਸ਼ਿਪ ਜਾਂ ਚੇਅਰਮੈਨ ਨਹੀਂ ਦੇ ਦਿੱਤੀ ਜਾਂਦੀ ਹੈ। ਉਹ ਉਹਨਾਂ ਦਾ ਪਰਸਨਲ ਓਪੀਨੀਅਨ ਹੋ ਸਕਦਾ ਹੈ। ਦੇਖੋ ਜਿਹੜੀ ਤਾਂ ਨਵੀਂ ਇੰਡਸਟਰੀ ਆ, ਉਹਨੂੰ ਐਸ ਪ੍ਰੋਵੀਜ਼ਨ ਨਾਲ ਲਾਸ ਹੈ, ਟ੍ਰੇਡਰਸ ਨੂੰ ਲਾਸ ਹੈ, ਰੀਅਲ ਬਿਜ਼ਨਸਮੈਨ ਜਿਹਨੂੰ 8-10% ਦਾ ਮਾਰਜਨ ਹੈ, ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਐਸ ਪ੍ਰੋਵੀਜ਼ਨ ਨਾਲ। ਪਰ ਅੱਜ ਕੱਲ ਇੰਨੇ ਪ੍ਰੋਫਿਟ ਹੈ ਕਿੱਥੇ, ਜਿੱਦਾਂ ਦਾ ਕੰਪੀਟੀਸ਼ਨ ਆ ਗਿਆ। ਪ੍ਰੋਫਿਟ ਦੇਖੋ ਤੁਸੀਂ, ਹਰ ਇੱਕ ਬੰਦੇ ਨੂੰ, ਇੰਡੀਆ ਐਡਾ ਵੱਡਾ ਵਾਸਟ ਕੰਟਰੀ ਹੈ, ਮੈਂ ਹਰ ਜਗ੍ਹਾ ਇੱਕੋ ਹੀ ਗੱਲ ਕਰਨਾ, 145 ਕੰਟਰੀ ਇੰਡੀਆ 'ਚ ਰਹਿੰਦੇ ਆ, ਤੁਸੀਂ ਹਰ ਲਾ ਹਰ ਬੰਦੇ ਵਾਸਤੇ ਨਹੀਂ ਬਣਿਆ ਹੁੰਦਾ। ਹਾਂ, ਮੈਂ ਰੀਸੈਂਟਲੀ ਕਿਤੇ ਵੈਸੇ ਡਿਸਕਸ ਕਰ ਰਿਹਾ ਸੀ ਲੈਕਚਰ, ਮੰਨ ਲਓ ਇਨਕਮ ਟੈਕਸ ਦੀ ਇੱਕ ਪ੍ਰੋਵੀਜ਼ਨ ਆਉਂਦੀ ਹੈ, ਬੰਦੇ ਕਾਰ ਵੀ ਤੁਸੀਂ, ਜੇ ਗਵਰਨਮੈਂਟ ਨੇ ਇਸ ਵਾਰੀ 2 ਆਪਸ਼ਨ ਦੇ ਵੀ ਦਿੱਤੀਆਂ ਵੀ ਤੁਸੀਂ ਜੇ ਇਨਕਮ ਟੈਕਸ 'ਚ ਫੁੱਲ ਟੈਕਸ ਤੇ ਪੇ ਕਰਨਾ, ਫੁੱਲ ਟੈਕਸ ਤੇ ਪੇ ਕਰ ਦਿਓ, ਜੇ 80G ਦੀਆਂ ਡਿਡਕਸ਼ਨਸ ਵਗੈਰਾ ਲੈ ਕੇ 80 ਸੈਕਸ਼ਨ ਦੀਆਂ ਉਸ ਤਰ੍ਹਾਂ ਪੇ ਕਰਨੀਆਂ, ਤੁਸੀਂ ਉਸ ਤਰ੍ਹਾਂ ਕਰ ਦਿਓ। ਜਦੋਂ 4 ਕਰੋੜ ਅਸੈਸੀ ਹੈ, ਹਰ ਪ੍ਰੋਵੀਜ਼ਨ ਹਰ ਅਸੈਸੀ ਲਈ ਨਹੀਂ ਬਣੀ। ਤਾਂ ਸਿਮਿਲਰਲੀ GST ਦੀ ਵੀ ਹਰ ਪ੍ਰੋਵੀਜ਼ਨ ਹਰ ਅਸੈਸੀ ਲਈ ਨਹੀਂ ਬਣੀ। ਅੱਡਾ ਬੜਾ ਕੰਟਰੀ ਹੈ। ਹੁਣ ਚਾਵਲ ਦੇ ਟ੍ਰੇਡ ਦੀ ਆਪਾਂ ਗੱਲ ਕਰੀਏ, GST ਦੀਆਂ ਧਾਰਾ ਲੋਹੇ ਵਾਲੇ ਟ੍ਰੇਡ ਤੇ ਕਿਵੇਂ ਟੁਕ ਜਾਣਗੀਆਂ, ਕਿਵੇਂ ਉਹਨਾਂ ਦੇ ਨਾਲ ਟੈਲੀ ਹੋ ਜਾਣਗੀਆਂ? ਨਹੀਂ, ਪਰ ਕੁੱਲ ਮਿਲਾ ਕੇ ਲੋਕਾਂ 'ਚ ਖਲਬਲੀ ਤਾਂ ਮਚੀ ਹੋਈ ਹੈ, ਇਹਦਾ ਇੰਪੈਕਟ ਤਾਂ ਹੈਗਾ। ਲਾ ਨੂੰ ਸਮਝਣ ਦੀ ਲੋੜ ਹੈ, ਅੰਡਰਸਟੈਂਡ ਕਰਨ ਦੀ ਲੋੜ ਹੈ। ਬੇਸਿਕਲੀ ਸਰਕਾਰ ਦੀ ਮਨਸ਼ਾ ਕਿਤੇ ਨਾ ਕਿਤੇ ਸਿਰਫ ਬੋਗਸ ਬਿਲਿੰਗ ਵਾਲਿਆਂ ਨੂੰ ਪਲੱਗ ਕਰਨ ਦੀ ਔਰ ਪਕੜਨ ਦੀ, ਪਰ ਉਹ ਤਾਂ ਹੋ ਹੀ ਨਹੀਂ ਰਹੀ, ਬੋਗਸ ਬਿਲਿੰਗ ਤਾਂ ਉਲਟਾ ਵੱਧ ਰਹੀ ਹੈ, ਹੋਰ ਵੱਧ ਰਹੀ ਹੈ। ਤਾਂ ਇਹਨਾਂ ਨੂੰ ਅਲਟੀਮੇਟਲੀ ਜਿਹੜੀ ਉਹ ਪ੍ਰੋਵੀਜ਼ਨ ਸੀਗੀ ਪਹਿਲਾਂ ਵਾਲੀ ਜੀ ਵੀ 1 2A 2B ਉਹੀ ਦੁਬਾਰਾ ਲਾਗੂ ਕਰਨ। ਇਹ ਬਾਕੀ ਸਾਰੀਆਂ ਜਿੰਨੀਆਂ ਚੇਂਜਿਸ ਬਾਰ-ਬਾਰ ਸੁਝਾਅ ਦਿੱਤਾ ਜਾਂਦਾ ਨਾ ਇੰਪਲੀਮੈਂਟ ਹੁੰਦੀਆਂ, ਕਰ ਉਹੀ ਕੁਛ ਹੀ ਰਹੇ ਆ ਅਸੀਂ। ਨਹੀਂ, ਤੇ ਤੁਹਾਡੇ ਲੋਕਾਂ ਤੋਂ ਪ੍ਰੋਫੈਸ਼ਨਲਸ, ਜਿਹੜਾ ਤੁਹਾਡੀ ਇੱਕ ਬੋਡੀ ਹੋਏਗੀ ਨੈਸ਼ਨਲੀ, ਉਹਦੇ ਤੋਂ ਤੁਹਾਡੇ ਤੋਂ ਇਹ ਕੰਸਲਟ ਕਰਕੇ ਨਹੀਂ ਪਾਲਿਸੀਜ਼ ਬਣਦੀਆਂ, ਸਿੱਧਾ ਹੀ ਲਾਗੂ ਕਰ ਦਿੰਦੇ? ਦੇਖੋ, ਸੁਝਾਅ ਮੰਗੇ ਜਾਂਦੇ ਆ, ਪਾਲਿਸੀਜ਼ ਸਾਡੀਆਂ ਬਾਡੀਜ਼ ਤੋਂ ਵੀ ਮੰਗੇ ਜਾਂਦੇ ਆ, ਬਾਕੀ ਪ੍ਰੋਫੈਸ਼ਨਲਸ ਤੋਂ ਵੀ ਮੰਗੇ ਜਾਂਦੇ, ਪਰ ਉਹ ਇੰਪਲੀਮੈਂਟ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੇ। ਵੀ ਜਦੋਂ ਪਾਲਿਸੀ ਬਣਦੀ ਹੈ ਉਹਦੇ 'ਚ ਇੰਪਲੀਮੈਂਟ ਹੁੰਦੇ ਆ ਕਿ ਨਹੀਂ ਹੁੰਦੇ, ਉਹ ਨਹੀਂ ਪਤਾ ਲੱਗਦਾ। ਤੇ ਤੁਹਾਨੂੰ ਲੋਕਾਂ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ? ਤੁਹਾਡੇ ਤੇ ਵੀ ਤਾਂ ਆਫਟਰ ਆਲ ਬਰਡਨ ਵੱਧਦਾ ਹੀ ਹੋਣਾ ਕਿ ਭਾਈ ਜਿਵੇਂ ਤੁਸੀਂ ਕਿਹਾ 3-3 ਮਹੀਨੇ ਬਾਅਦ ਚੇਂਜ ਹੁੰਦੀ ਰਹਿੰਦੀ ਹੈ, ਪਹਿਲਾਂ ਪੜੋ ਫਿਰ ਉਹਨੂੰ ਡਿਲੀਟ ਮਾਰੋ। ਹਜੇ ਪੁਰਾਣੀ ਸਕੀਮਾਂ ਤੇ ਇਹ ਲੈਕਚਰ ਦੇ ਰਹੇ ਆ ਜੀ, ਜਗ੍ਹਾ ਜਾ ਕੇ ਲੋਕਾਂ ਨੂੰ ਸਿਖਾ ਰਹੇ ਆ, ਇਹਨਾਂ ਨੂੰ ਫਿਰ ਪਾਲਿਸੀ ਬਦਲ ਜਾਂਦੀ ਹੈ। ਤੇ ਉੱਤੋਂ ਮੈਂ ਇੱਕੋ ਹੀ ਸੁਝਾਅ ਦਿੰਦਾ, ਗਵਰਨਮੈਂਟ ਨੇ ਜਿੰਨੀਆਂ ਚੇਂਜਿਸ ਕਰਨੀਆਂ ਸਾਲ ਦੇ ਬਿਗਨਿੰਗ 'ਚ ਇੱਕ ਵਾਰੀ ਕਰ ਲੈਣ ਜਾਂ ਸਾਲ 'ਚ 2 ਵਾਰੀ ਸਪੈਨ ਬਣਾ ਲੈਣ। ਜੇ ਸਾਰਾ ਸਾਲ ਹੀ ਚੇਂਜਿਸ ਹੁੰਦੀਆਂ ਰਹਿਣਗੀਆਂ ਚੀਜ਼ਾਂ, ਹੁਣ ਤੁਸੀਂ ਦੇਖੋ ਇਨਕਮ ਟੈਕਸ ਦੀ ਡੇਟ ਐਕਸਟੈਂਸ਼ਨ ਲੈ ਲਓ। ਪਹਿਲੀ ਗੱਲ ਤਾਂ ਫਾਰਮ, ਜੇ ਤੁਹਾਨੂੰ ਧਿਆਨ ਹੋਵੇ 2015 'ਚ ਅਸੀਂ ਇੱਕ ਜਜਮੈਂਟ ਹਾਈ ਕੋਰਟ 'ਚ ਪਟੀਸ਼ਨ ਫਾਈਲ ਕੀਤੀ, ਹਾਈ ਕੋਰਟ ਨੇ ਇੱਕ ਡਿਸੀਜਨ ਦਿੱਤਾ ਵੀ ਤੁਸੀਂ ਇਹ ਜਿਹੜੇ ਵੀ ਫਾਰਮਸ ਆ ਇਨਕਮ ਟੈਕਸ ਦੇ 1 ਅਪ੍ਰੈਲ ਤੋਂ ਪਹਿਲਾਂ ਇਸ਼ੂ ਹੋਣੇ ਚਾਹੀਦੇ ਆ। ਜੇ ਤੁਸੀਂ ਲੇਟ ਇਸ਼ੂ ਕਰੋਗੇ ਤਾਂ ਤੁਸੀਂ ਉਹਦੇ ਅਕੋਰਡਿੰਗਲੀ ਡੇਟਾ ਵਧਾਉਣੀ ਹੈ। ਪਰ ਫਿਰ ਫਾਰਮ ਕੋਈ 15 ਅਪ੍ਰੈਲ ਨੂੰ ਆ ਰਿਹਾ ਹੈ, ਕੋਈ 2 ਅਗਸਤ ਨੂੰ ਆ ਰਿਹਾ ਹੈ, ਕੋਈ 15 ਅਗਸਤ ਨੂੰ ਆ ਰਿਹਾ ਹੈ, ਫਿਰ ਵੀ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੈਗਾ ਇਹਨਾਂ 'ਤੇ। ਤੁਸੀਂ ਜਦੋਂ ਪੁਰਾਣੇ ਵੇਲੇ ਦੇਖੋ ਕੀ ਸਿਸਟਮ ਹੁੰਦਾ ਸੀ, 1 ਅਪ੍ਰੈਲ ਨੂੰ ਜਿਹੜੇ ਬੰਦੇ ਨੇ ਰਿਟਰਨ ਭਰਨੀ ਹੁੰਦੀ ਸੀ, ਫਾਰਮ ਡਿਪਾਰਟਮੈਂਟ 'ਚ ਪਏ ਹੁੰਦੇ ਸੀ, ਲਿਆਉਂਦੇ ਸੀ, ਮੈਨੂਅਲ ਭਰਦੇ ਸੀ, ਸਬਮਿਟ ਕਰਾ ਦਿੰਦੇ ਸੀ। ਸਰ, ਜਦੋਂ ਪੁਰਾਣਾ ਸੀਗਾ ਉਦੋਂ ਕਹਿੰਦੇ ਸੀ ਜੀ ਹਾਈਟੈਕ ਹੋਣਾ ਚਾਹੀਦਾ, ਹੁਣ ਹਾਈਟੈਕ ਆ ਗਿਆ, ਤੁਸੀਂ ਕਹਿੰਦੇ ਪੁਰਾਣਾ ਵਧੀਆ ਸੀ। ਸਮੇਂ ਦੇ ਨਾਲ ਤਾਂ ਚੱਲਣਾ ਚਾਹੀਦਾ ਬਿਲਕੁਲ, ਪਰ ਐ ਨਾ ਜੀ ਲਾਅ ਨੂੰ ਆਪਣੇ ਹਿਸਾਬ ਨਾਲ ਗਵਰਨਮੈਂਟ ਨੂੰ ਆਪਣੇ ਹਿਸਾਬ ਨਾਲ ਹੀ ਟ੍ਰੀਟ ਕਰਨਾ ਚਾਹੀਦਾ। ਜਨਰਲ ਸੁਵਿਧਾਵਾਂ ਵੀ ਦੇਖਣੀਆਂ ਬਹੁਤ ਜ਼ਰੂਰੀ ਹੈ। ਹੁਣ ਗਵਰਨਮੈਂਟ ਨੇ ਡੇਟ ਐਕਸਟੈਂਸ਼ਨ ਦਾ ਹੀ ਲੈ ਲਓ, 19 ਵੀ
ਅਸੈਸਮੈਂਟ ਈਅਰ ਦੀ ਡੇਟ ਨੂੰ ਤਾਂ 30/11 ਤੱਕ ਕਰਤਾ, ਪਰ 2021 ਦੀ ਅਸੈਸਮੈਂਟ ਈਅਰ ਦੀ ਡੇਟ ਜਿਹੜੀ ਕਿ ਤੁਹਾਨੂੰ ਸਭ ਨੂੰ ਪਤਾ ਵੀ ਕਰੋਨਾ ਦਾ ਇੱਕ ਬਹੁਤ ਬੜਾ ਪੀਰੀਅਡ ਚੱਲਦਾ ਪਿਆ, ਸਟਾਫ ਦੀ ਬੜੀ ਪ੍ਰੋਬਲਮ ਹੈ, ਅਸੈਸਿਸ ਦੀ ਬੜੀ ਪ੍ਰੋਬਲਮ ਹੈ, ਪਰ ਫਿਰ ਵੀ ਗਵਰਨਮੈਂਟ ਨੇ ਪਹਿਲਾਂ ਇਹਨੂੰ ਲਾਸਟ ਡੇਟ 30 ਮੰਨ ਲਓ ਸਤੰਬਰ ਸੀ, ਅਕਤੂਬਰ ਕਰਤੀ, ਅਕਤੂਬਰ ਨੂੰ ਐਕਸਟੈਂਡ ਕਰਕੇ ਦਸੰਬਰ ਕਰਤਾ। ਹੁਣ ਫਿਰ ਵੀ ਥੋੜੀ ਪ੍ਰੋਬਲਮ ਹੈ। ਤੁਸੀਂ ਅੱਜ 30 ਤਰੀਕ ਹੋ ਗਈ, ਕੱਲ ਰਿਟਰਨਾਂ ਦੀ ਲਾਸਟ ਡੇਟ ਹੈ, ਔਰ ਨੰਬਰ ਆਫ ਅਸੈਸਿਸ ਦਾ ਡਾਟਾ ਤੁਸੀਂ ਜੇ ਕੱਢ ਕੇ ਦੇਖੋ ਪੈਂਡਿੰਗ ਪਿਆ ਹੋਣਾ, ਠੀਕ ਹੈ। ਰੋਜ਼ ਦੀ ਡਿਪਾਰਟਮੈਂਟ ਇੱਕ ਡਾਟਾ ਪਬਲਿਸ਼ ਕਰੀ ਜਾਂਦਾ, 10 ਲੱਖ ਲੋਕਾਂ ਦੀ ਰਿਟਰਨ ਹੋ ਗਈ, 12 ਲੱਖ ਲੋਕਾਂ ਦੀ ਰਿਟਰਨ ਹੋ ਗਈ। ਅਸੀਂ ਸਹਿਮਤ ਹੈ, ਹੋ ਰਹੀ ਹਾਂ, ਸਾਰੇ ਲੱਗੇ ਹੋਏ ਦਿਨ ਰਾਤ ਇਸ ਗਵਰਨ ਨੂੰ, ਬਟ ਜੇ ਥੋੜੀ ਜਿਹੀ ਵੀ ਡੇਟ 10 ਦਿਨ 15 ਦਿਨ 20 ਦਿਨ ਜੇ ਗਵਰਨਮੈਂਟ ਐਕਸਟੈਂਡ ਵੀ ਕਰ ਦਿੰਦੀ, ਕੀ ਫਰਕ ਹੈ? ਪਹਿਲੀ ਗੱਲ 31 ਤਰੀਕ ਨੂੰ ਇਹ ਸਾਰੀ ਤਰ੍ਹਾਂ ਦੀ ਡੇਟਾਂ ਦੀ ਲਾਸਟ ਡੇਟ 31 ਤਰੀਕ ਕਰਤੀ ਤੁਸੀਂ। ਇਨਕਮ ਟੈਕਸ ਦੀ ਸਕੀਮ ਦੀ ਵੀ ਲਾਸਟ ਡੇਟ 31 ਹੈ, GST ਦੀ ਰਿਟਰਨਾਂ ਦੀ ਵੀ ਲਾਸਟ ਡੇਟ ਹੈ, ਆਡਿਟ ਦੀ ਰਿਟਰਨਾਂ ਦੀ ਵੀ ਲਾਸਟ ਡੇਟ ਹੈ, ਇਨਕਮ ਟੈਕਸ ਦੀ ਇੰਡੀਵਿਜੂਅਲ ਰਿਟਰਨਾਂ, ਸਾਰੀਆਂ ਰਿਟਰਨਾਂ ਦੀ ਲਾਸਟ ਡੇਟ ਜਾ ਕੇ 1 ਤਰੀਕ ਨੂੰ ਕਰਤੀ। ਵੀ ਜਦੋਂ ਤੁਸੀਂ ਡੇਟਾ ਅਨਾਉਂਸ ਹੀ ਕਰ ਦਿਓ, ਤੁਸੀਂ ਇਹਨਾਂ ਨੂੰ ਸਟੈਗਰਡ ਕਰ ਦਿਓ। ਤੁਸੀਂ ਡਿਪਾਰਟਮੈਂਟ ਤੇ ਵੀ ਤਾਂ ਬੋਝ ਹੈ ਨਾ ਕਿ ਹਰ ਤਰ੍ਹਾਂ ਦੇ 31 ਇਹਦੀ ਕਰ ਦਿਓ, 10 ਉਹਦੀ ਕਰ ਦਿਓ, 20 ਉਹਦੀ ਕਰ ਦਿਓ, 30 ਉਹਦੀ ਕਰ ਦਿਓ। ਸਾਨੂੰ ਵੀ ਥੋੜਾ ਜਿਹਾ ਹਰ ਵੇਲੇ ਕੀ ਹੁੰਦਾ, ਲਾਸਟ ਮੂਮੈਂਟ ਤੇ ਆ ਕੇ ਸਾਰੇ ਬੰਦੇ ਉਸੇ ਵੇਲੇ ਸਿਰ ਤੇ ਬੈਠ ਜਾਂਦੇ। ਤਾਂ ਗਵਰਨਮੈਂਟ ਨੂੰ ਜਦੋਂ ਵੀ ਡੇਟਾ ਅਨਾਉਂਸ ਕਰਨੀ, ਐਟਲੀਸਟ ਸਟੈਗਰਡ ਡੇਟਾ ਤਾਂ ਅਨਾਉਂਸ ਕਰੇ ਨਾ। ਇੱਕੋ ਹੀ ਡੇਟ ਨੂੰ ਕਿਉਂ ਤੁਸੀਂ, ਹੁਣ ਮੰਨ ਲਓ 31 ਦਸੰਬਰ ਹੈ, ਹੁਣ ਮੰਨ ਲਓ ਕਿਸੇ ਚਾਰਟਰਡ ਅਕਾਊਂਟੈਂਟ ਦੇ ਜਾਂ ਕਿਸੇ ਦੇ ਵੀ ਆਫਿਸ ਕੋਈ ਮਿਸਹੈਪ ਹੋ ਜਾਂਦੀ ਹੈ ਜਾਂ ਵੀ ਕੋਈ ਤਾਂ ਸਾਰੇ ਅਸੈਸੀ, ਕਿਉਂਕਿ ਕਰੋਨਾ ਦਾ ਪੀਰੀਅਡ ਹੈ, ਇੱਕ ਸਟਾਫ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਨਾਲ ਦੀ ਨਾਲ ਆਫਿਸ ਕੁਆਰੰਟਾਈਨ ਬੰਦ ਕਰੋ ਜੀ, 15 ਦਿਨ ਲਈ 10 ਦਿਨ ਲਈ ਆਫਿਸ, ਫਿਰ ਹਾਹਾਕਾਰ ਮਚ ਜਾਂਦੀ ਹੈ ਜੀ, ਮੇਰਾ ਕੰਮ ਮੇਰਾ ਕੰਮ ਮੇਰਾ ਕੰਮ। ਜੇ ਸਟੈਗਰਡ ਡੇਟਾ ਹੋਣਗੀਆਂ ਹਰ ਇੱਕ ਚੀਜ਼ ਦੀਆਂ, ਤਾਂ ਸਾਨੂੰ ਵੀ ਅਸੈਸੀ ਨੂੰ, ਪ੍ਰੋਫੈਸ਼ਨਲ ਨੂੰ, ਸਭ ਨੂੰ ਸਾਹ ਲੈਣ ਦਾ ਮੌਕਾ ਮਿਲੇਗਾ। ਬੰਦੇ ਤਾਂ ਉਹੀ ਕੰਮ ਕਰਨ ਵਾਲੇ। ਸਰ ਹੁਣ ਕੁੱਲ ਮਿਲਾ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਇੱਕ ਟੈਕਸ ਪੇਅਰ ਬੜਾ ਕਨਫਿਊਜ਼ਨ ਹੈ ਇਸ ਟਾਈਮ ਇਨ ਨਵੇਂ ਰੂਲਸ ਕਰਕੇ, ਤੇ ਗਵਰਨਮੈਂਟ ਨੂੰ ਤੁਸੀਂ ਕਹਿ ਰਹੇ ਹੋ, ਤੁਸੀਂ ਸੁਝਾਅ ਦੇ ਹੀ ਦਿੱਤਾ ਕਿ ਇਦਾਂ ਕਰਨਾ ਚਾਹੀਦਾ। ਇੱਕ ਟੈਕਸ ਪੇਈ ਜਿਹੜਾ ਬੜਾ ਕਨਫਿਊਜ਼ਡ ਹੈ, ਖਾਸ ਕਰਕੇ ਇੱਕ ਤੁਹਾਡੇ ਪ੍ਰੋਫੈਸ਼ਨਲ ਸੇ ਵੀ ਉਂਗਲੀ ਚੱਕ ਦਿੱਤੀ ਹੈ ਆਪਣੇ ਪ੍ਰੋਫੈਸ਼ਨਲ ਨੇ ਕਿ ਉਹਨਾਂ ਦੀ ਆਤਮਾ ਸੁੱਤੀ ਪਈ ਹੈ, ਬੱਚਿਆਂ ਨੂੰ ਜਾ ਕੇ ਝੂਠ ਇਹ ਕਹਿ ਦੋ ਕਿ ਭਾਈ ਸੱਚ ਨਾ ਬੋਲਿਆ ਜਾਏ। ਤੇ ਕੁੱਲ ਮਿਲਾ ਕੇ ਤੁਹਾਡਾ ਨੈਟ ਨਿਸ਼ਕਰਸ਼ ਕੀ ਕਹਿਣਾ ਚਾਹੋਗੇ? ਦੇਖੋ, ਸਾਰੀ ਪ੍ਰੋਬਲਮ ਇਹ ਹੈ ਕਿ ਡਿਪਾਰਟਮੈਂਟ ਕੋਲੇ 100% ਅਸੈਸੀ ਰਿਟਰਨਾਂ ਨਹੀਂ ਭਰਦੇ ਪਏ ਜੀ। ਡਿਪਾਰਟਮੈਂਟ ਨੇ ਹਰ ਲਾ 'ਚ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕਰਦਾ ਪਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਵੀ ਉਹ ਸਾਰੇ ਰਿਟਰਨਾਂ ਭਰਨ, ਚਾਹੇ ਫੋਰਸਫੁਲੀ ਭਰਨ ਚਾਹੇ ਪਿਆਰ ਨਾਲ ਭਰਨ ਜੀ। ਉਹਦਾ ਨਤੀਜਾ ਕੀ ਹੈ? ਉਹ ਤਾਂ ਹਜੇ ਵੀ ਨਹੀਂ ਭਰਦੇ ਪਏ, ਪਰ ਜਿਹੜਾ ਰਿਟਰਨਾਂ ਭਰਦਾ ਪਿਆ ਆ, ਜਿਹੜਾ ਕੰਮ ਟਾਈਮਲੀ ਕਰ ਰਿਹਾ, ਉਹਨੂੰ ਇਹਨਾਂ ਚੀਜ਼ਾਂ ਦੀ ਪਰੇਸ਼ਾਨੀ ਬਹੁਤ ਹੈ। ਸੋ ਜਿਹੜਾ ਟੈਕਸ ਪੇ ਕਰ ਰਿਹਾ ਉਹ ਹੋਰ ਫਸੀ ਜਾ ਰਿਹਾ, ਜਿਹੜਾ ਨਹੀਂ, ਜਿਹੜਾ ਚਤੁਰ ਹੈ ਉਹ ਪਹਿਲੇ ਨਿਕਲਿਆ। ਉਹ ਤਾਂ ਸਾਡੇ ਕੋਲੇ ਆ ਕੇ ਰੋਂਦੇ ਆ ਜੀ। ਸਾਨੂੰ ਤਾਂ ਉਹਨਾਂ ਦੀਆਂ ਕੈਲਕੂਲੇਸ਼ਨਾਂ ਹੀ ਇੰਨੀਆਂ ਕੰਪਲਿਕੇਟਿਡ ਹੋ ਜਾਂਦੀਆਂ ਕਰਨੀਆਂ, ਤੁਸੀਂ ਬਿਲੀਵ ਨਹੀਂ ਕਰੋਗੇ। ਅਦਰਵਾਈਜ਼ ਮੈਂ ਰਿਟਰਨ ਬਣਾਉਣਾ ਇੱਕ ਪ੍ਰੋਜੈਕਟ ਬਣ ਜਾਂਦਾ, ਇੱਕ ਬੰਦੇ ਦੀ ਰਿਟਰਨ ਬਣਾਉਣਾ GST ਦੀ, ਵੀ ਅਸੀਂ ਕਿੰਨਾ ਡਾਟਾ। ਸਰ ਵੱਡਾ ਅਸੈਸੀ ਹੈ, ਮੰਨ ਲਓ 1000 ਤੁਹਾਨੂੰ ਤਾਂ ਫਾਇਦਾ ਹੀ ਹੈ, ਪ੍ਰੋਫੈਸ਼ਨਲ ਦੀ ਫੀਸ ਵੱਧ ਜਾਂਦੀ। ਸਰ ਫੀਸ ਵਧਣਾ ਨਹੀਂ ਗੱਲ, ਫੀਸ ਵਧਣਾ ਇੱਕ ਕਾਰਨ ਹੋ ਸਕਦਾ ਹੈ, ਇਹ ਮੈਂਟਲ ਪ੍ਰੈਸ਼ਰ ਦਾ ਕਾਰਨ ਹੈ। ਐਡਾ ਜ਼ਿਆਦਾ ਮੈਂਟਲ ਪ੍ਰੈਸ਼ਰ ਹੋ ਜਾਂਦਾ ਹੈ ਕਿਉਂਕਿ ਅਸੀਂ ਹੈਲਪਲੈਸ ਹੈ। 2-2 ਰੁਪਏ ਦੀਆਂ ਚੀਜ਼ਾਂ ਨਾਲ ਐਂਟਰੀਆਂ ਨੂੰ ਟੈਲੀ ਕਰੀ ਜਾਣ। ਗਵਰਨਮੈਂਟ ਨੂੰ ਬੈਠ ਕੇ 3 ਸਾਲ ਹੋ ਗਏ, ਉਹਨਾਂ ਨੂੰ ਕਮੀਆਂ ਪਤਾ ਲੱਗ ਗਈਆਂ GST 'ਚ, ਆਹ ਕਮੀਆਂ ਸੀ ਜਿਹੜੀਆਂ 500-700 ਨੋਟੀਫਿਕੇਸ਼ਨਾਂ ਇਸ਼ੂ ਕਰ ਚੁੱਕੇ। ਇਹਨਾਂ ਨੂੰ ਖਤਮ ਕਰਕੇ ਇੱਕ ਨਵਾਂ GST 'ਚ ਪ੍ਰੋਪਰ ਅਮੈਂਡਮੈਂਟਾਂ ਕਰਕੇ ਦੁਬਾਰਾ ਰੀਆਰਗੇਨਾਈਜ਼ ਕਰ ਦੇਣ ਇਹਨੂੰ ਪੂਰੇ GST ਲਾਅ ਨੂੰ ਇੱਕ ਵਾਰੀ ਬੈਠ ਕੇ, ਕਿਉਂਕਿ ਹੁਣ ਉਹਨਾਂ ਨੂੰ ਪ੍ਰੈਕਟੀਕਲ ਪ੍ਰੋਬਲਮਾਂ ਪਤਾ ਲੱਗ ਗਈਆਂ ਵੀ ਆਹ GST ਨਾਲ ਆਹ ਪ੍ਰੈਕਟੀਕਲ ਪ੍ਰੋਬਲਮ ਹੈ ਸਮਾਜ ਦੀਆਂ। ਦੇਖੋ ਤੁਸੀਂ ਟੋਟਲ 3 ਸਾਲਾਂ ਦੀਆਂ ਕੈਲਕੂਲੇਟ ਕਰੋਗੇ ਤਾਂ 500 ਅਮੈਂਡਮੈਂਟਾਂ ਹੋ ਚੁੱਕੀਆਂ, ਰਾਦਰ ਉਦੋਂ ਵੀ ਜ਼ਿਆਦਾ ਅਮੈਂਡਮੈਂਟਾਂ ਹੋ ਚੁੱਕੀਆਂ ਹੋਣਗੀਆਂ GST। ਸੋ ਹੁਣ ਤੁਸੀਂ ਕਹਿੰਦੇ ਪ੍ਰੈਕਟੀਕੈਲਿਟੀ 'ਚ ਆ ਗਏ ਆ, ਪ੍ਰੈਕਟੀਕੈਲਿਟੀ 'ਚ ਆ ਗਏ ਆ, ਤੇ ਇਹਨੂੰ ਸਾਰੇ ਨੂੰ GST ਨੂੰ ਮਹੀਨਾ 2 ਮਹੀਨੇ ਲਾ ਕੇ ਅਮੈਂਡਮੈਂਟਾਂ ਕਰਕੇ ਪ੍ਰੋਪਰ ਤਰੀਕੇ ਨਾਲ ਰੀਡਰਾਫਟ ਕਰਕੇ ਸਾਹਮਣੇ ਆਓ। ਨਾਲੇ ਤੁਸੀਂ ਦੇਖੋ ਫਿਰ ਵੀ ਕੋਈ 1 ਮਹੀਨਾ ਵੀ ਐਸਾ ਨਹੀਂ ਹੈ ਪੂਰੇ 3-3.5 ਸਾਲ ਦੇ ਵਿੱਚ ਵੀ ਜਿੱਦਣ ਤੁਸੀਂ 87% ਤੋਂ ਵੱਧ ਅਸੈਸੀ ਤੋਂ ਰਿਟਰਨਾਂ ਭਰਵਾ ਸਕਦੇ ਹੋ, ਵੀ 13% ਅਸੈਸੀ ਦਾ ਹਜੇ ਵੀ ਰਜਿਸਟਰਡ ਹੈ ਤੇ ਰਿਟਰਨਾਂ ਨਹੀਂ ਭਰ ਰਿਹਾ। ਬਿਲਕੁਲ ਠੀਕ ਹੈ ਸਰ, ਥੈਂਕ ਯੂ ਜੀ। ਤੇ ਦੋਸਤੋ ਇਹ ਸੀਗੇ ਵਿਸ਼ਾਲ ਗਰਗ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੀ ਇਹਦੇ ਵਿੱਚ ਐਕਚੁਅਲ ਪ੍ਰੋਬਲਮ ਹੈ। ਇਹਨਾਂ ਨੇ ਬੜਾ ਕਲੀਅਰ ਦੱਸਿਆ ਕਿ ਕੁਝ ਜਿਹੜੇ ਨਵੇਂ ਰੂਲਸ ਆਏ ਹੈ, ਇਹ ਰੂਲਸ ਨਾਲ ਕੁਝ ਸੈਕਟਰ ਨੂੰ ਜ਼ਰੂਰ ਦਿੱਕਤ ਹੈ, ਪਰ ਬਹੁਤ ਸਾਰੇ ਜਿਹੜੇ ਬੜੇ ਕਾਰਪੋਰੇਟ ਹਾਊਸਿਸ ਹੈ ਜਾਂ ਜਿਹੜਾ ਆਲਰੇਡੀ ਸਹੀ ਕੰਮ ਕਰ ਰਹੇ ਉਹਨਾਂ ਨੂੰ ਦਿੱਕਤ ਨਹੀਂ ਹੈ। ਔਰ ਇਹ ਸਾਰੀ ਚੀਜ਼ਾਂ ਵੀ ਇਸ ਲਈ ਹੋ ਰਹੀਆਂ ਤਾਂ ਕਿ ਜਿਹੜੇ ਬੋਗਸ ਬਿਲਿੰਗ ਹੈ ਉਹਨੂੰ ਫੜੀ ਜਾਏ, ਜਦ ਕਿ ਉਹ ਫੜੀ ਨਹੀਂ ਜਾ ਰਹੀ। ਇੱਕ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ, ਜਿਹੜਾ ਡਿਪਾਰਟਮੈਂਟ ਲਈ ਵੀ ਸੰਦੇਸ਼ ਹੈ ਕਿ ਬੋਗਸ ਬਿਲਿੰਗ ਨੂੰ ਫੜ ਕੇ ਉਹ ਪਿੱਠ ਤੱਕ ਥਪਥਪਾ ਰਹੇ, ਪਰ ਰਿਕਵਰੀ ਜਿਹੜੀ ਹੈ ਉਹ ਨਾ ਦੇ ਬਰਾਬਰ ਹੈ। ਇੱਦਾਂ ਹੀ ਤੁਹਾਨੂੰ ਹੋਰ ਵੀ ਇੰਟਰਸਟਿੰਗ ਟੌਪਿਕਸ ਨਾਲ ਜਾਣਕਾਰੀ ਦਿਵਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।